ਸਾਹਿਬ ਜੀ। ਰਤੇ ਸਈ ਜੇ ਮੁਖ ਨ ਮੁੜਨਾ, ਜਿਨਾ ਸੁਜਾਤਾ ਸਾਈ। ਝਾੜ ਝਾੜ ਪਵਦਾ ਕੱਚੇ ਬਿਰਹੀ, ਜਿਨਾ ਕਾਰ ਨ ਆਈ। ਧਣੀ ਵਿਹੂਣਾ ਪਾਟ ਪਟੰਬਰ, ਪਾਹੇ ਸੈਤੀ ਜਲ। ਧੂੜੀ ਵਿੱਚ ਲੋੜੰਦੜੀ ਸੋਹਾ, ਨਾਨਕ ਤਸ ਨਾਲੇ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਹਲਾ ਤੀਜਾ। ਸ਼ੇਖਾਂ ਚੌ ਚੱਕਿਆ ਚੋ ਆਇਆ, ਇਹ ਮਨ ਇਕਤ ਘਰ ਆਣਾ। ਇਹ ਹੜ ਤੇ ਹੜ ਛੱਡ ਤੂੰ, ਗੁਰ ਕਾ ਸ਼ਬਦ ਪਛਾਣ। ਸ਼ੇਖਾਂ ਚੋਂ ਚੱਕਿਆ ਚੋ ਆਇਆ, ਇਹ ਮਨ ਇਕਤ ਘਰ ਆਣਾ। ਇਹੜ ਤਿਹੜ ਛੱਡ ਤੂੰ, ਗੁਰ ਕਾ ਸ਼ਬਦ ਪਛਾਣ। ਸਤਿਗੁਰ ਅਗੈ ਟਹਿ ਪਉ, ਸਭ ਕਿਛ ਜਾਣੈ ਜਾਣ। ਆਸਾ ਮਨਸਾ ਜਲਾਏ ਤੂੰ, ਹੋਏ ਰਹੋ ਮਹਿਮਾਨ। ਸਤਿਗੁਰ ਕੈ ਭਾਣੈ ਪੀਤਲ, ਤਾਂ ਦਰਗਾਹ ਪਾਵਹਿ ਮਾਣ। ਨਾਨਕ ਜੇ ਨਾਮ ਨਾ ਚੇਤਨੀ, ਤਿਨ ਧਿਗ ਪੈਨਣ ਧਿਗ ਖਾਣ। ਮਹਲਾ ਤੀਜਾ। ਹਰ ਗੁਣ ਟੁੱਟ ਨਾ ਆਵਈ, ਕੀਮਤ ਕਹਿਣ ਨਾ ਜਾਏ। ਨਾਨਕ ਗੁਰਮੁਖ ਹਰ ਗੁਣ ਰਵਹਿ, ਗੁਣ ਮਹਿ ਰਹਿ ਸਮਾਏ। ਪੌੜੀ। ਹਰ ਚੋਲੀ ਦੇਹ ਸਵਾਰੀ, ਕੱਢ ਪੈਦੀ ਭਗਤ ਕਰ। ਹਰ ਪਾਟ ਲਗਾ ਅਦਕਾਈ, ਬਹੁ ਬਹੁ ਬਿਦ ਬਾਤ ਕਰ। ਕੋਈ ਬੂਝੈ ਬੂਝਣ ਹਾਰਾ, ਅੰਤਰ ਬਬੀਕ ਕਰ। ਸੋ ਬੁਝੈ ਬਬੀਕ, ਜਿਸ ਬੁਝਾਏ ਆਪ ਹਰ। ਜਨ ਨਾਨਕ ਕਹੈ ਵਿਚਾਰ, ਗੁਰਮੁਖ ਹਰ ਸਤ ਹਰ। ਜਨ ਨਾਨਕ ਕਹੈ ਵਿਚਾਰ, ਗੁਰਮੁਖ ਹਰ ਸਤ ਹਰ।
ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮਾਨ ਮੋਹ ਅਰ ਲੋਭ ਵਿਕਾਰ, ਮਾਨ ਮੋਹ ਅਰ ਲੋਭ ਵਿਕਾਰ, ਬਿਗਿਓ ਚੀਤ ਨਾ ਘਾਲਿਓ। ਨਾਮ ਰਤਨ ਗੁਣਾ ਹਰਿ ਬਨ ਜਿਹ ਲਾਦ ਵਖਰ ਲੈ ਚਾਲਿਓ। ਸੇਵਕ ਕੀ ਓੜਕ ਨਿਭੀ ਪ੍ਰੀਤ, ਜੀਵਤ ਸਾਹਿਬ ਸੇਵਿਓ ਆਪਨਾ ਚਲਤੇ ਰਾਖਿਓ ਚੀਤ। ਜੈਸੀ ਆਗਿਆ ਕੀਨੀ ਠਾਕੁਰ, ਤਿਸ ਤੇ ਮੁਖ ਨਹੀਂ ਮੋਰਿਓ। ਸਹਿਜ ਆਨੰਦ ਰਖਿਓ ਗ੍ਰਹਿ ਭੀਤਰ, ਉਠ ਉਆਹੂ ਘਉ ਦੌਰਿਓ। ਆਗਿਆ ਮਹਿ ਭੂਖ ਸੋਈ ਕਰ ਸੁਖਾ, ਸੋਗ ਹਰਖ ਨਹੀਂ ਜਾਣਿਓ। ਜੋ ਜੋ ਹੁਕਮ ਭਇਓ ਸਾਹਿਬ ਕਾ, ਸੋ ਮਾਥੈ ਲੈ ਮਾਨਿਓ। ਭਇਓ ਕਿਰਪਾਲ ਠਾਕੁਰ ਸੇਵਕ ਕੋ, ਸਵਰੇ ਹਾਲਤ ਪਲਾਤਾ। ਧਨ ਸੇਵਕ ਸਫਲ ਪੁਆਇਆ, ਜਿਨ ਨਾਨਕ ਖਸਮ ਪਛਾਤਾ। ਧਨ ਸੇਵਕ ਸਫਲ ਹੁਆਇਆ, ਜਿਨ ਨਾਨਕ ਖਸਮ ਪਛਾਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ਼ ਪਾਤਸ਼ਾਹ ਮਿਹਰਬਾਨ ਜਗਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮੁਬਾਰਕ ਚਰਨਾਂ ਵਿੱਚ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਇਸ ਚਰਨ ਛੋਹ ਅਸਥਾਨ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਵਿਖੇ ਜਿਵੇਂ ਜਿਤਨੇ ਵੀ ਸਤਸੰਗੀ ਨੇਮੀ ਪ੍ਰੇਮੀ ਇਸ ਵੇਲੇ ਆਣ ਜੁੜ ਬੈਠੇ ਹੋ, ਸਭਨਾਂ ਨੂੰ ਜੀਓ ਆਇਆ। ਔਰ ਟੈਲੀਵਿਜ਼ਨਸ ਦੇ ਰਾਹੀਂ, ਵੱਖਰੇ ਵੱਖਰੇ ਚੈਨਲਸ ਦੇ ਰਾਹੀਂ ਦੇਸ਼ ਵਿੱਚ ਤੇ ਪ੍ਰਦੇਸ਼ਾਂ ਦੇ ਵਿੱਚ ਥਾਂ ਥਾਂ ਜਿਤਨੇ ਵੀ ਜੁੜੇ ਹੋਏ ਹੋ, ਸਭਨਾਂ ਨੂੰ ਜੀਓ ਆਇਆ। ਗੁਰੂ ਪਾਤਸ਼ਾਹ ਕਿਰਪਾ ਕਰਨ ਮਹਾਰਾਜ, ਹਾਜ਼ਰੀ ਦਰ ਤੇ ਪ੍ਰਵਾਨ ਹੋ ਗਏ। ਆਪ ਜੀ ਨੂੰ ਧਿਆਨ ਰਹੇ ਕਿ ਅੱਜ ਦਸਮ ਪਾਤਸ਼ਾਹ ਮਹਾਰਾਜ ਧੰਨ ਗੁਰੂ ਗੋਬਿੰਦ ਸਿੰਘ ਜੀ ਦਾ ਗੁਰਗੱਦੀ ਤੇ ਵਿਰਾਜਣ ਦਾ ਦਿਨ ਹੈ। ਇਸ ਤੋਂ ਪਹਿਲਾਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਅੱਜ ਸ਼ਹੀਦੀ ਦਿਨ ਹੈ। 337ਵਾਂ ਦਿਹਾੜਾ, ਸ਼ਹੀਦੀ ਦਿਹਾੜਾ। ਉਹਨਾਂ ਦੇ ਨਾਲ ਹੀ ਉਹਨਾਂ ਦੇ ਸਨਮੁਖ ਸ਼ਹੀਦ ਹੋਏ ਉਹਨਾਂ ਦੇ ਪਿਆਰੇ ਭਾਈ ਸਾਹਿਬ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਅਤੇ ਭਾਈ ਸਾਹਿਬ ਭਾਈ ਦਿਆਲ ਦਾਸ ਜੀ। ਇਹਨਾਂ ਦਾ ਵੀ ਸ਼ਹੀਦੀ ਦਿਨ ਹੈ। ਸਾਨੂੰ ਸਾਰਿਆਂ ਨੂੰ ਬਣਦਾ ਹੈ, ਇਹ ਯੋਗ ਹੈ, ਅਸੀਂ ਆਪਣੇ ਆਪਣੇ ਢੰਗ ਦੇ ਨਾਲ ਯਥਾ ਸ਼ਕਤੀ ਯਥਾ ਯੋਗ ਆਪਣੇ ਵੱਲੋਂ ਸ਼ਰਧਾਂਜਲੀ ਭੇਟ ਕਰੀਏ ਇਹਨਾਂ ਮਹਾਨ ਸ਼ਹੀਦਾਂ ਨੂੰ। ਸ਼ਹੀਦ ਸਿੱਖਾਂ ਨੂੰ ਭਾਈ ਮਤੀ ਦਾਸ, ਸਤੀ ਦਾਸ, ਭਾਈ ਦਿਆਲਾ ਜੀ ਅਤੇ ਇਹਨਾਂ ਦੇ ਪ੍ਰੀਤਮ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ, ਜਿਨ੍ਹਾਂ ਨੂੰ ਅਸੀਂ ਰੋਜ਼ ਯਾਦ ਕਰਦੇ ਹਾਂ। ਤੇਗ ਬਹਾਦਰ ਸਿਮਰਿਆ ਘਰ ਨੌ ਨਿਧ ਆਵੈ ਧਾਏ। ਉਹਨਾਂ ਨੂੰ
ਯਥਾ ਸ਼ਕਤੀ, ਜੋ ਵੀ ਅਸੀਂ ਕਰ ਸਕਦੇ ਹਾਂ, ਜਿਸ ਢੰਗ ਨਾਲ ਵੀ ਅਸੀਂ ਕਰ ਸਕਦੇ ਹਾਂ। ਜਿਹੜੇ ਪੂਰਨੇ ਸ਼ਹੀਦ ਸਤਿਗੁਰਾਂ ਨੇ ਤੇ ਸ਼ਹੀਦ ਸਿੱਖਾਂ ਨੇ ਪਾਏ ਨੇ ਸਾਡੇ ਸਾਹਮਣੇ, ਉਹਨਾਂ ਪਾਏ ਹੋਏ ਪੂਰਨਿਆਂ ਤੇ ਜਿਵੇਂ ਵੀ ਅਸੀਂ ਚੱਲ ਸਕਦੇ ਹਾਂ, ਜਿਤਨਾ ਵੀ ਚੱਲ ਸਕਦੇ ਹਾਂ, ਇਹ ਸੱਚੀ ਤੇ ਸੁੱਚੀ ਸ਼ਰਧਾਂਜਲੀ ਹੋਵੇਗੀ। 337 ਵਰੇ ਹੋ ਗਏ ਅੱਜ। ਰਾਗੀ ਸਿੰਘ ਭਾਈ ਨਿਰਮਲ ਸਿੰਘ ਜੀ ਪਿਆਰ ਸਹਿਤ ਸਾਨੂੰ ਸਰਵਣ ਕਰਵਾ ਰਹੇ ਸਨ ਬਚਿੱਤਰ ਨਾਟਕ ਦੇ ਬੋਲ। ਠੀਕਰ ਫੋਰ ਦਿੱਲੀਸ ਸਿਰ ਪ੍ਰਭਪੁਰ ਕੀਆ ਪਿਆਨ, ਤੇਗ ਬਹਾਦਰ ਸੀ ਕਿਰਿਆ ਕਰੀ ਨਾ ਕਿਨਹੂੰ। तेग बहादुर के चलत पयो जगत को शोक, है सब जग पयो जय 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 सुरलोक। बचित्र नाटक का ये जिहड़ा कथन है ना, संसारियों दे विच है कार बची, ते जिहड़े देवलोक विच रहण वाले सन उन्होंने जय जयकार की। विशेष कारण की सी, तिलक जन्यू राखा प्रभु तंका, किनू बड्डो कलू मैं साका। धन गुरु तेग बहादुर साहब सच्चे पातशाह जी ने उन्हां दा तिलक ते जन्यू रखण दे वास्ते किनू बड्डो कलू मैं साका। ਜਿਹੜੇ लोग तिलक जन्यू रखना चाहते सन, साधन हेत इति जिन करी शीस दिया पर सी ना उचरी। धर्म हेत साका जिन किया, गल ए ध्यान रखने वाली है। सतगुरु गुरु तेग बहादुर साहब जी के बोल सन मेहरबान दे, निमाणे ए अज निताणे ए अज। शरण आ गए गुरु नानक दी, शरण आया दी बांह फड़नी गुरु नानक दा सुभाव है। और याद रखियो जे कदी कोई शरण ओ फकीर भी आ जाए, ओ पीर भी आ जाए, ओ धर्मी भी आ जाए, जिहड़ा बाबर दी जेल दे विच अन्यायां डकिया गया होवे, ते गुरु नानक उन्हां दे हक विच भी आवाज़ उठाउंदे ने, बाबर नूं कह के उन्होंने भी आजाद करवाते हैं। गुरु नानक का घर जिहड़ा है धर्म की डगर है, धर्म का मार्ग है, धर्म का पंथ है। जिहड़ा कोई भी धर्म तो किते डोलदा है तो आसरा लैण वास्ते आउंदा है। बांह हमारी पकड़िए हर गोबिंद के नंद, ऐ गुरु हरगोबिंद साहब दे सपुत्र गुरु तेग बहादुर साहब, साडी बांह फड़ो, तुसी साडी बांह फड़ो। गल की है, औरंगजेब एक जालिम हुक्मरान जो करता है सबको जबरन मुसलमान। नहीं कोई दाद रस हिंदुओं का, नहीं कोई फरियाद रस हिंदुओं का, नहीं कोई तेजस्वी आप सा जहां कोई, करो धर्म रक्षा की तदबीर कोई, है लै दे के बस एक द्वारा तुम्हारा, गरीबा पनाह द्वारा तुम्हारा, तुम्हारी शरण है साहिब बचा लो, मुसीबत जो भारत पे आई वो टालो, करो धर्म रक्षा की तदबीर कोई। सतगुरु गुरु तेग बहादुर साहब महाराज धर्म रक्षा की तदबीर करते हुए, धर्म रक्षा की जुगती वरतदे होया अपनी पवित्र सीस का बलिदान दिता। सतगुरु गुरु तेग बहादुर साहब ने जिहड़े इस गल नूं, इस नुकते नूं बड़ी प्रकार जानते हैं, औरंगजेब के कदमां नूं रोकना बड़ा कठिन है।
ਜਿਸ ਵੇਲੇ ਬੰਦਾ ਕਿਤੇ ਤਖਤ ਤੇ ਬੈਠਾ ਹੋਇਆ ਹੋਵੇ, ਰਾਜ ਸ਼ਕਤੀ ਦਾ ਮਾਲਕ ਹੋਵੇ, ਤੇ ਰਾਜ ਸ਼ਕਤੀ ਦੇ ਮਾਲਕ ਦੇ ਨਾਲ ਧਰਮ ਵੀ ਸੁਰ ਮਿਲਾਉਣ ਲੱਗ ਪਵੇ, ਉਵੇਂ ਜਾਂ ਰਾਜ ਸ਼ਕਤੀ ਵਾਲਾ ਧਰਮੀ ਹੋਣ ਦਾ ਦਾਅਵਾ ਵੀ ਕਰਨ ਲੱਗ ਪਵੇ, ਤਾਂ ਉਹਦੇ ਕਦਮਾਂ ਨੂੰ ਰੋਕਣਾ ਬੜਾ ਕਠਿਨ ਹੋ ਜਾਂਦਾ ਹੈ, ਬਹੁਤ ਕਠਿਨ ਹੋ ਜਾਂਦਾ ਹੈ। ਇਹ ਧਰਮ ਦਾ ਆਸਰਾ ਲੈ ਕੇ, ਆਪਣੇ ਦੀਨ ਦਾ ਆਸਰਾ ਲੈ ਕੇ, ਦੀਨਦਾਰ ਅਖਵਾ ਕੇ, ਅਨਿਆਂ ਦੀ ਤੇਗ ਪਕੜ ਕੇ ਨਾ ਲਗਾਤਾਰ ਕੇਵਲ ਹਿੰਦੂਆਂ ਦੇ ਸੀਸ ਹੀ ਨਹੀਂ ਲਾ ਰਿਹਾ, ਜੰਝੂ ਹੀ ਨਹੀਂ ਕੱਟ ਵੱਢ ਰਿਹਾ, ਇਹ ਮਥੁਰਾ ਦੇ ਮੰਦਰ ਢਾਹ ਰਿਹਾ ਹੈ, ਵਰਿੰਦਾਵਨ ਦੇ ਮੰਦਰ ਢਾਹ ਰਿਹਾ ਹੈ, ਬਨਾਰਸ ਦੇ ਮੰਦਰ ਢਾਹ ਰਿਹਾ ਹੈ, ਇਲਾਹਾਬਾਦ ਦੇ ਮੰਦਰ ਢਾਹ ਰਿਹਾ ਹੈ, ਸਾਰੀਆਂ ਪਾਠਸ਼ਾਲਾਵਾਂ ਬੰਦ ਕਰ ਦਿੱਤੀਆਂ ਗਈਆਂ ਨੇ ਹਿੰਦੂਆਂ ਦੀਆਂ। ਕਸ਼ਮੀਰ ਦੇ ਵਿੱਚ ਹੁਕਮ ਜਾਰੀ ਹੋ ਗਿਆ ਹੈ, ਕੋਈ ਐਸਾ ਵਿਦਿਆਲਾ ਨਹੀਂ ਹੋਣਾ ਚਾਹੀਦਾ ਜਿੱਥੇ ਵੇਦ, ਜਿੱਥੇ ਪੁਰਾਣ, ਜਿੱਥੇ ਸਿਮਰਤੀਆਂ ਤੇ ਸ਼ਾਸਤਰ ਪੜ੍ਹਾਏ ਜਾ ਸਕਣ। ਥਰੂ ਆਊਟ ਸਾਰੇ ਇੰਡੀਆ ਵਿੱਚ, ਔਰੰਗਜ਼ੇਬ ਦੇ ਹਿੰਦੁਸਤਾਨ ਦੇ ਵਿੱਚ ਕੋਈ ਸਥਾਨ ਐਸਾ ਨਹੀਂ ਹੋਵੇਗਾ ਜਿੱਥੇ ਕਿਤੇ ਹਿੰਦੂ ਧਰਮ ਗ੍ਰੰਥ ਪੜ੍ਹਾਏ ਜਾ ਸਕਣ। ਤੇ ਗੁਰੂ ਤੇਗ ਬਹਾਦਰ ਸਾਹਿਬ ਸਮਝਦੇ ਨੇ ਇਤਨੇ ਜ਼ੋਰਦਾਰ ਕਦਮਾਂ ਨੂੰ ਰੋਕਣਾ ਬੜਾ ਕਠਿਨ ਹੈ, ਬਹੁਤ ਕਠਿਨ ਹੈ, ਪਰ ਤੁਸੀਂ ਸ਼ਰਨ ਆਏ ਹੋ। ਤੇ ਗੁਰੂ ਨਾਨਕ ਦੇ ਘਰ ਦਾ ਇਹ ਸੁਭਾਅ ਹੈ, ਇਹ ਬਿਰਧ ਹੈ, ਪਰਮੇਸ਼ਰੀ ਬਿਰਧ, ਜੋ ਸ਼ਰਨ ਆਵੈ ਤਿਸ ਕੰਠ ਲਾਵੈ, ਇਹ ਬਿਰਧ ਸੁਆਮੀ ਸੰਤਾ। ਫਿਰ ਠੀਕ ਹੈ, ਜਾ ਕੇ ਇਹ ਕਹਿ ਦਿਓ ਸ਼ੇਰ ਅਫਗਨ ਨੂੰ, ਨਾਂ ਸੀ ਉਸਦਾ ਇਫਤਿਖਾਰ ਖਾਨ, ਉਸਨੂੰ ਜਾ ਕੇ ਕਹਿ ਦਿਓ ਅਸੀਂ ਅੱਜ ਤੋਂ ਗੁਰੂ ਤੇਗ ਬਹਾਦਰ ਨੂੰ ਆਪਣਾ ਗੁਰੂ ਮੰਨਦੇ ਹਾਂ, ਗੁਰੂ ਨਾਨਕ ਨੂੰ ਆਪਣਾ ਗੁਰੂ ਮੰਨਦੇ ਹਾਂ, ਤੁਸੀਂ ਸਾਡੇ ਗੁਰੂ ਨਾਲ ਹੀ ਗੱਲ ਕਰ ਲਓ। ਜੇ ਤਾਂ ਸਾਡੇ ਸਤਿਗੁਰੂ ਤੁਹਾਡੀ ਗੱਲ ਮੰਨ ਲੈਣ, ਅਸੀਂ ਸਾਰੇ ਮੰਨ ਲਵਾਂਗੇ, ਸਾਨੂੰ ਪ੍ਰਵਾਨ ਹੋਵੇਗਾ, ਸਾਡੇ ਗੁਰੂ ਦੀ ਨਾਲ ਹੀ ਗੱਲ ਕਰ ਲਓ। ਤਾਂ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਆਪਣੀ ਗੱਲ ਨਹੀਂ, ਅਸਲ ਵਿੱਚ ਉਹਨਾਂ ਦੀ ਗੱਲ ਮਨਾਉਣ ਦੇ ਵਾਸਤੇ ਤੁਰ ਪਏ ਅਨੰਦਪੁਰ ਸਾਹਿਬ ਤੋਂ। ਮਹੀਨਾ ਜੁਲਾਈ ਦਾ ਸੀ ਜਿਸ ਵੇਲੇ ਤੁਰੇ, ਲੇਕਿਨ ਦਿੱਲੀ ਪਹੁੰਚੇ ਜਿਸ ਵੇਲੇ ਤਾਂ ਨਵੰਬਰ ਚੜ੍ਹ ਚੁੱਕਾ ਸੀ। 3-4 ਦਿਨ ਇੱਥੇ ਕੈਦ ਵਿੱਚ ਰਹੇ। ਉਸ ਸਥਾਨ ਕੋਤਵਾਲੀ, ਜਿੱਥੇ ਹੁਣ ਲੰਗਰ ਸਥਾਨ ਬਣਿਆ ਹੈ ਤੇ ਹੋਰ ਧਰਮ ਦੇ ਕਾਰਜ ਚੱਲ ਰਹੇ ਨੇ, ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਭਾਰੀ ਤਸੀਹੇ ਦਿੱਤੇ ਗਏ, ਬਹੁਤ ਭਾਰੀ। ਔਰ ਤਸੀਹਾਂ ਦੇਣ ਦੀ ਇੱਕ ਇੰਤਹਾ ਸੀ ਕਿ ਉਹਨਾਂ ਦੇ ਨੇਤਰਾਂ ਦੇ ਸਨਮੁਖ ਉਹਨਾਂ ਦੇ ਪਿਆਰੇ ਭਾਈ ਮਤੀ ਦਾਸ ਜੀ ਨੂੰ, ਭਾਈ ਸਤੀ ਦਾਸ ਜੀ ਨੂੰ, ਭਾਈ ਦਿਆਲਾ ਜੀ ਨੂੰ ਸ਼ਹੀਦ ਕੀਤਾ ਗਿਆ। ਇਹ ਤਸੀਹਾਂ ਦੀ ਇੰਤਹਾ ਸੀ। ਤੁਸੀਂ ਕਹੋਗੇ ਸ਼ਹੀਦ ਉਹਨਾਂ ਨੂੰ ਕੀਤਾ ਗਿਆ ਤੇ ਤਸੀਹੇ ਗੁਰੂ ਸਾਹਿਬ ਦੇ ਵਾਸਤੇ, ਇਹ ਗੱਲ ਕਿਵੇਂ ਹੋ ਸਕਦੀ ਹੈ? ਗੁਰੂ ਸਾਹਿਬ ਨੂੰ ਜ਼ਾਤੀ ਤੌਰ ਤੇ ਵੀ ਬੜੇ ਤਸੀਹੇ ਦਿੱਤੇ ਗਏ ਨੇ, ਬਹੁਤ ਜ਼ਿਆਦਾ। ਭੁੱਖੇ ਵੀ ਰੱਖਿਆ ਗਿਆ, ਲੋਹੇ ਦੇ ਪਿੰਜਰੇ ਦੇ ਵਿੱਚ ਜਿਨ੍ਹਾਂ ਦੇ ਅੰਦਰ ਇਨਸਾਈਡ ਨੇਲਸ ਸਨ, ਇਨਸਾਈਡ ਨੇਲਸ, ਜਿੱਥੇ ਬੈਠ ਨਾ ਸਕਣ ਆਰਾਮ ਨਾਲ, ਢੋਂ ਨਾ ਲੱਗ ਸਕੇ, ਸਰੀਰ ਸਾਰਾ ਪਛਿਆ ਹੋਇਆ, ਖਾਣ ਲਈ ਕੁਝ ਨਹੀਂ ਦਿੱਤਾ ਜਾ ਰਿਹਾ, ਪੀਣ ਲਈ ਕੁਝ ਨਹੀਂ ਦਿੱਤਾ ਜਾ ਰਿਹਾ। ਔਰ ਕੁਝ ਤਾਂ ਐਸੇ ਵੀ ਲਿਖਦੇ ਨੇ ਕਿ ਕੁਝ ਨਾ ਅੱਗ ਦੇ ਸੇਕ ਵੀ ਦਿੱਤੇ ਗਏ ਕਿਸੇ ਨਾ ਕਿਸੇ ਢੰਗ ਦੇ ਨਾਲ। ਅਸੀਂ ਅੰਦਾਜ਼ਾ ਕਰ ਸਕਦੇ ਹਾਂ ਕਿਤਨੇ ਦੁੱਖ ਨੇ। ਸਭ ਤੋਂ ਵੱਡਾ ਦੁੱਖ ਹੈ ਆਪਣੇ ਨਾਲ ਪਿਆਰ ਕਰਨ ਵਾਲੇ ਭਾਈ ਮਤੀ ਦਾਸ ਵਰਗੇ ਵਿਦਵਾਨ, ਸੂਝਵਾਨ, ਸਿਦਕੀ ਸਿੱਖ, ਉਸ ਨੂੰ ਆਰੇ ਨਾਲ ਚੀਰ ਦੇਣਾ।
ਇਤਿਹਾਸ ਦੇ ਵਿੱਚ ਸ਼ਾਇਦ ਕਿਤੇ ਇਸਲਾਮੀ ਇਤਿਹਾਸ ਵਿੱਚ ਇਹੋ ਜਿਹੀਆਂ ਗੱਲਾਂ ਕਦੀ ਪਹਿਲਾਂ ਹੋਣ ਤੇ ਹੋਣ। ਭਾਰਤ ਦੇ ਇਤਿਹਾਸ ਦੇ ਵਿੱਚ ਐਸੀ ਕੋਈ ਗੱਲ ਪਹਿਲਾਂ ਨਹੀਂ ਸੀ। ਲੇਕਿਨ ਮਤੀ ਦਾਸ ਵਰਗੇ ਵੀ ਪ੍ਰੇਮੀ ਗਜ਼ਬ ਕਰ ਗਏ। ਗਜ਼ਬ। ਜਦੋਂ ਉਹਨਾਂ ਨੂੰ ਪੁੱਛਿਆ ਗਿਆ ਅੰਤਮ ਸਮੇਂ, ਆਰਾ ਸੀਸ ਦੇ ਉੱਪਰ ਰੱਖਣ ਤੋਂ ਪਹਿਲਾਂ, ਮਤੀ ਦਾਸਾ ਤੇਰੀ ਕੋਈ ਭਾਵਨਾ, ਤੇਰੀ ਕੋਈ ਰੀਝ ਦੱਸ ਦੇ, ਕਹਿ ਦੇ। ਕਹਿਣ ਲੱਗੇ ਸਿਰਫ ਇੱਕ ਰੀਝ ਹੈ, ਅੰਦਰ ਸੱਚਾ ਨੇ ਲਾਇਆ ਪ੍ਰੀਤਮ ਆਪਣਾ ਹੈ। ਇੱਕ ਰੀਝ ਹੈ ਸਿਰਫ। ਸਾਰੀ ਉਮਰ जितनी भी मेरी उम्र है आरबला है, मैं इस गुरु घर विच बिताई है ते गुरु दे सन्मुख हो के मैं रहा। अज मरण लगा ते मेरी अंतिम रीझ, अंतिम ख्वाहिश भी ये है कि जांदे होया भी मेरा मुख जिहड़ा है ना, ये धन गुरु तेग बहादुर साहब दे सन्मुख होवे, तन मन होवे निहाल, ਜਾਂ ਗੁਰ ਦੇਖਾਂ ਸਾਹਮਣੇ, ਤਨ ਮਨ ਹੋਏ ਨਿਹਾਲ। ਇਹ ਬੇਬਾਕੀ, ਗੁਰੂ ਚਰਨਾਂ ਦੇ ਨਾਲ ਪਿਆਰ ਔਰ ਸਿਧਾਂਤਕ ਤੌਰ ਤੇ ਪਕੜ, ਸਭ ਗੱਲਾਂ ਭੁੱਲ ਚੁੱਕੇ ਸਨ। ਵੀ ਸਾਡੇ ਵੱਡ ਵਡੇਰੇ ਵੀ ਕਦੀ ਬ੍ਰਾਹਮਣ ਹੁੰਦੇ ਸਨ, ਸਭ ਭੁੱਲੀਆਂ ਹੋਈਆਂ ਸਨ। ਬਾਬਾ ਗੌਤਮ ਜਦੋਂ ਸਤਿਗੁਰਾਂ ਦੀ ਸ਼ਰਨ ਵਿੱਚ ਆਏ ਸਨ, 6ਵੇਂ ਸਤਿਗੁਰ 5ਵੇਂ ਸਤਿਗੁਰਾਂ ਦੀ ਸ਼ਰਨ ਦੇ ਵਿੱਚ ਬ੍ਰਾਹਮਣ ਪਰਿਵਾਰ ਨਾਲ ਸੰਬੰਧਿਤ ਸਨ, ਛਿੱਬਰ। ਲੇਕਿਨ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ, ਗੌਤਮ ਵੀ ਤੇ ਉਹਨਾਂ ਦੇ ਪੁੱਤਰ ਅਗਾਂ ਪਰਾਗਾ ਜੀ, ਭਾਈ ਪੇਰਾ ਜੀ, ਗੌਤਮ ਰਾਮਦਾਸ, ਸਾਰੇ ਗੁਰੂ ਕੇ ਸਿੱਖ ਹੋਏ। ਉਹ ਬ੍ਰਾਹਮਣੀ ਸੁਭਾਅ ਤੇ ਬ੍ਰਾਹਮਣੀ ਗੱਲਾਂ ਸਾਰੀਆਂ ਭੁੱਲ ਗਈਆਂ, ਸਭ ਕੁਝ ਵਿਸਰ ਗਿਆ। ਅੰਦਰ ਕੇਵਲ ਸ਼ਬਦ ਸਿਧਾਂਤ ਟਿਕ ਗਿਆ, ਅਸੀਂ ਹਾਂ ਤੇ ਗੁਰੂ ਕੀ ਸਿੱਖ ਹਾਂ। ਫਿਰ ਪੁੱਛ ਲਿਆ, ਤੂੰ ਜਵਾਨ ਹੈ ਅਜੇ ਮਤੀ ਦਾਸਾ, ਤੇਰੇ ਅੰਦਰ ਇਹ ਭਾਵਨਾ ਨਹੀਂ ਆਈ? ਤੂੰ ਐਸੇ ਬੇਬਾਕੀ ਦੇ ਬਚਨ ਕੀਤੇ ਗੁਰੂ ਤੇਗ ਬਹਾਦਰ ਨੂੰ ਕਹਿੰਦਿਆਂ ਹੋਇਆਂ, ਜੇ ਤੁਸੀਂ ਨਹੀਂ ਕਰਨਾ ਚਾਹੁੰਦੇ ਤੇ ਮੈਨੂੰ ਆਗਿਆ ਦਿਓ, ਮੈਂ ਲਾਹੌਰ ਤੇ ਦਿੱਲੀ ਦੀ ਇੱਟ ਖੜਕਾ ਦਿਆਂਗਾ। ਤੈਨੂੰ ਨਹੀਂ ਪਤਾ ਅਸੀਂ ਸੁਣ ਰਹੇ ਹਾਂ? ਸਿਆਣੇ ਵਿਅਕਤੀ ਨੇ ਨਾ ਇਹਨਾਂ ਖਿਆਲਾਂ ਦੀ ਤਰਜਮਾਨੀ ਕੀਤੀ, ਭਾਈ ਸਾਹਿਬ ਹੋਰਾਂ ਦੇ ਖਿਆਲਾਂ ਦੀ ਤਰਜਮਾਨੀ। ਇੱਕ ਪਿਆਰ ਵਾਲੇ ਸਿੱਖ ਨੇ ਲਿਖੇ, ਕਹਿਣ ਲੱਗੇ, ਭਾਈ ਮਤੀ ਦਾਸ ਜੀ ਨੇ ਕਿਹਾ, ਨਾ ਮੂੰਹ ਛੁਪਾ ਕੇ ਜੀਏ हम ना सर झुका के जिए, सितमगरों की नजर से नजर मिला के जिए। ना मुंह छुपा के जिए, हम ना सर झुका के जिए, सितमगर डाढे, सितमगरों की नजर से नजर मिला के जिए। एक रात कम जिए तो हैरत क्यों? जे जवानी में जा रहे हैं तो केड़ी एडी वड्डी गल है हैरानी वाली। एक रात कम जिए तो हैरत क्यों, हम उनके साथ थे जो मशालें जगा के जिए। असी ऐसे गुरु तेग बहादुर साहब सच्चे पातशाह जी के साथी हाँ जो मशालें जगा के जिए, जेड़े केवल आप ही चानने नहीं चले, जिन्हों ने वो मशाल पकड़ी ते वो चानना किया जिस नाल सारा जगत रोशन हो गया। वो मशाल पकड़ी गुरु तेग बहादुर ने, जगत देखेगा। ह्यूमन राइट्स ਦੀਆਂ ਗੱਲਾਂ ਕਰਨ ਵਾਲੇ ਕਦੀ ਧਿਆਨ ਨਾਲ ਵੇਖਣਗੇ ਤੇ ਉਹਨਾਂ ਨੂੰ ਦਿਸੇਗਾ ਅਸੀਂ ਅੱਜ ਹਿਊਮਨ ਰਾਈਟਸ ਦੀ ਗੱਲ ਕਰਦੇ ਹਾਂ, ਅੱਜ ਮਨੁੱਖੀ ਅਧਿਕਾਰਾਂ ਦੀ ਗੱਲ ਕਰਦੇ ਹਾਂ, ਲੇਕਿਨ ਅਸਲ ਵਿੱਚ ਮਨੁੱਖੀ ਅਧਿਕਾਰਾਂ ਦਾ ਚੈਂਪੀਅਨ ਗੁਰੂ ਨਾਨਕ ਦਾ 9ਵਾਂ ਰੂਪ ਗੁਰੂ ਤੇਗ ਬਹਾਦਰ ਹੈ। ਮਨੁੱਖੀ ਅਧਿਕਾਰਾਂ ਦਾ, ਹਿਊਮਨ ਰਾਈਟਸ ਦਾ ਚੈਂਪੀਅਨ ਗੁਰੂ ਤੇਗ ਬਹਾਦਰ ਹੈ, ਜਿਨ੍ਹਾਂ ਨੇ ਨਾ ਆਪ ਤਿਲਕ ਲਗਾਇਆ, ਨਾ ਆਪ ਜੰਝੂ ਪਹਿਨਿਆ, ਨਾ ਇਹਨਾਂ ਦੇ ਵੱਡ ਵਡੇਰੇ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਕੋਈ ਪਹਿਨਿਆ ਕਰਦੇ ਸਨ, ਵਰਤਿਆ ਕਰਦੇ ਸਨ।
पर ਜਿਹੜੇ ਲੋਕ ਤਿਲਕ ਜੰਝੂ ਲਗਾਉਣ ਵਾਲੇ ਸਨ ਉਹਨਾਂ ਦੀ ਬਾਂਹ ਫੜੀ ਔਰ ਕਿਹਾ ਔਰੰਗਜ਼ੇਬ ਦੇ ਸਨਮੁਖ, ਕਿਹਾ ਉਸ ਦੀ ਸਰਕਾਰ ਦੇ ਸਨਮੁਖ, ਓਏ ਭਲਿਓ, ਜੇ ਤੁਹਾਨੂੰ ਆਪਣੀਆਂ ਮਸਜਿਦਾਂ ਦੇ ਵਿੱਚ ਨਮਾਜ਼ ਪੜ੍ਹਨ ਦੀ ਆਗਿਆ ਹੈ, ਜੇ ਤੁਹਾਨੂੰ ਆਪਣੀ ਮਰਜ਼ੀ ਦੇ ਨਾਲ ਰੋਜ਼ੇ ਰੱਖਣ ਦੀ ਆਗਿਆ ਹੈ, ਤਾਂ ਕਿਸੇ ਹੋਰ ਨੂੰ ਆਪਣੇ ਮੰਦਰਾਂ ਦੇ ਵਿੱਚ ਆਪਣੇ ਭਗਵਾਨ ਨੂੰ ਧਿਆਉਣ ਦੀ, ਆਰਾਧਨ ਦੀ ਆਗਿਆ ਕਿਉਂ ਨਹੀਂ ਹੋ ਸਕਦੀ? ਜੇ ਤੁਹਾਨੂੰ ਮਸਜਿਦਾਂ ਦੇ ਵਿੱਚ ਕੁਰਾਨ ਪੜ੍ਹਨ ਦੀ ਆਗਿਆ ਹੈ ਤਾਂ ਇਹਨਾਂ ਨੂੰ ਪੁਰਾਣ ਤੇ ਵੇਦ ਪੜ੍ਹਨ ਦੀ ਆਗਿਆ ਕਿਉਂ ਨਹੀਂ ਹੋ ਸਕਦੀ? ਮਤੀਦਾਸ ਜੀ ਨੇ ਆਖਿਆ, ਕਹਿਣ ਲੱਗੇ, ਧਿਆਨ ਰੱਖਿਓ ਜੇ ਅਸੀਂ ਕੋਈ ਵੇਦ ਪੁਰਾਣ ਨਹੀਂ ਪੜ੍ਹਿਆ ਕਰਦੇ, ਸਾਡਾ ਵੇਦਾਂ ਪੁਰਾਣਾਂ ਨਾਲ ਕੋਈ ਵਾਸਤਾ ਨਹੀਂ ਹੈ, ਲੇਕਿਨ ਸ਼ਰਨ ਆਏ ਨੇ, ਸ਼ਰਨ ਆਇਆਂ ਦੀ ਬਾਂਹ ਫੜੀ ਹੈ। ਇਹ ਮਸ਼ਾਲ ਜਗਾਈ ਹੈ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਨੇ, ਪ੍ਰਜਵਲਿਤ ਕੀਤੀ ਹੈ, ਜਿਹੜੀ ਮਸ਼ਾਲ ਕਦੀ ਗੁਰੂ ਨਾਨਕ ਸਾਹਿਬ ਨੇ, ਗੁਰੂ ਹਰਗੋਬਿੰਦ ਸਾਹਿਬ ਨੇ पकड़ी सी, बंदी छोड़ सतगुरां ने। हम उनके साथ थे जो मशालें जगा के जिए। हुण ये गल करनी चाहिए है ना, अज जो कि दिन होया, मती दास को तबे बुलायो, दोए तख्तन के बीच बंधायो, शिकंजे विच जकड़ दिता। हुक्म जलादन तबे उचारा, जलादा ने हुक्म किया, ले आरा सिर पर तब तहारा, लिया के आरा रख दिता सिर दे उपर, सीस दे उपर। अर्धो अर्ध चिराए सो डारा, अधो अध चीर के गिरियो पृथ्वी पर हवाए दो फाड़ा, दो फाड़ हो के मती दास जी का शरीर जमीन ते डिगा। लेकिन इन्हां शेखां ने, इन्हां सूबेदारां ने, इन्हां काजी उल कज़ात अब्दुल रज़ाक वोहरा वर्गियां ने देखिया कि दोनों तन ते जप जी पढ़ है, हेरत सब के अचरज वढ़ है, और भोग पाए कर दोनों तन ते गुरपुर पहुंचियो प्रेमी मन ते। आश्चर्य बात है, असी भी कहांगे ये आश्चर्य बात है, हाँ आश्चर्य ही बात है, लेकिन इस विच कुछ भी आश्चर्य नहीं है। जिन्हां ने जिउंदियां इस हद तक सिमरिया है, जिउंदियां, जिन्हां दे राग राग दे विच, जिन्हां दे रोम रोम दे विच बाणी वसी होई सी, जिन्हां दे राग राग विच, जिन्हां दे रोम रोम दे विच गुरु का उपदेश वसिया होया सी, अंतम समय भी उन्हां दी राग राग, उन्हां दा रोम रोम, उन्हां दे शरीर दा हर टुकड़ा जे पढ़ रहा होवे, जिनी नाम ते आया गए मशक्कत कहाड़, नानक ते मुख उजले, कीती छुट्टी नाल ते आश्चर्य नहीं है, कुछ आश्चर्य नहीं है। भाई मती दास शहीद होए, भाई सती दास शहीद होए, जिन्होंने रूई बन के लपेट के जिउंदियां नूं अग लगा के जला दिता गया। भाई दयाला जी शहीद होए, जिन्होंने वड्डे सारे एक देगचे कॉलडरन, बिग कॉलडरन विच बिठा के उबाल दिता गया, रिन दिता गया, शहीद होए। फिर वारी आई धन गुरु तेग बहादुर साहब की, फिर मुड़ के दोहराया गया, करामात दिखाओ। बादशाही हुक्म है। सतगुरु कहने लगे, महाराज करामात दिखाना ये मदारियां दे काम है। नाटक चेटक किए कुकाजा, परब लोगन कहे आवत लाजा। विचित्र नाटक दे बोल। इस प्रकार की जिहड़ी है ना जादूगरी दी करनी, ये रब्बी प्यारियां नूं शोभदी नहीं है। ये रब्बी प्यारियां नूं भी नहीं शोभदी ते बादशाहां नूं भी नहीं शोभदी, जिहड़े दरवेशां दे कोलों इस गल की जादूगरी की मंग करते हो, बादशाहां नूं भी नहीं शोभदी।
फिर इस्लाम कबूल कर लो, सैकंड। ये शर्त है। सतगुरु सच्चे पातशाह ने आखिया, असीं वाहिगुरू दे धर्म दे धारणी हाँ, उस दे धर्म दे पांधी हाँ, असीं गुरु नानक दे सिख हाँ, गुरु नानक दे सिखां दी सेवा करन वाले हाँ। ये गल किवें सोची जा सकती है कि धर्म दा मार्ग छड्ड के, गुरु नानक दा मार्ग छड्ड के, आपा वारन दा मार्ग छड्ड के, प्रभु दे प्यार दा मार्ग छड्ड के जिस मार्ग ते दाखल होने वाले नूं यह गल समझाई जाती है, जो तो प्रेम खेलन का चाहो, सिर धर तली घड़ी मेरी आओ, इत मार्ग पैर तरीजै, सिर दीजै कान ना कीजै। जिथे पहला ही सिख ने यह पढ़ के ते कदम रखना हो सिखी मार्ग ते, उसनूं ये कहना तुसी अपना ये धर्म छड्ड दिओ, ये मार्ग छड्ड दिओ, ये पुछना ही एक अन्याय वाली गल है, पुछना ही एक वाधू गल है। फिर मरण वास्ते तैयार हो? सतगुरु सच्चे पातशाह कहने लगे, हाँ हाँ निसंदेह असीं मरण वास्ते तैयार हाँ। तुहानूं पता है कि मती दास तुहाडे सामने चीरिया गया है, दयाला तुहाडे सामने उबालिया गया है, सती दास नूं बन के सड़ दिता गया है, तुसी बचोगे नहीं? गुरुदेव कहने लगे, असीं बचन वास्ते आए ही नहीं हाँ, असीं सिर्फ इन्हां दे हक दे विच आवाज़ उठाउण वास्ते आए हैं। और हक विच आवाज़ सिर्फ इसलिए उठाउण वास्ते आए हैं, ये भी उसे खुदा दे बनाए हुए ने जिस खुदा ने बादशाह औरंगजेब नूं बनाया है, जिस खुदा ने हजरत मुहम्मद की उम्मत नूं बनाया है, उसे खुदा ने गुरु के सिखां नूं बनाया है, और उसे खुदा ने ही ये हिंदुस्तान के हिंदुओं नूं बनाया है। असीं इन्हां दे हक विच सिर्फ आवाज़ उठाउण वास्ते आए हैं। तुसीं वार-वार पुछ रहे हो, तुसीं तिलक नहीं लगाया, तुसीं जंजू नहीं पाया, इस घर विच तां तिलकां ते जंजुआं दी विरोधता कीती जांदी है, तुसीं इन्हां दी सपोर्ट विच क्यों आए हो? गुरुदेव कहने लगे, सवाल ये नहीं असीं मनदे हां कि नहीं मनदे, सवाल यह है कि ये मनदे ने और असीं चाहुंदे हां इन्हां नूं मनण दी आज़ादी होनी चाहिए है। इतनी गल है सिर्फ। और असीं शादी देंदे हां, असीं विटनेस देंदे हां, ये जो चाहुंदे ने इन्हां नूं करन दी आग्या होनी चाहिए है। ते जे ये विटनेस, जे ये शादी सीस दे के ही निभ सकती है तो असीं तैयार होके आए हैं, असीं देंगे शहादत। सतगुरु सच्चे पातशाह जी महाराज ने उस खूही दे विच इशनान किया जिहड़ी अज भी मौजूद है। प्रेमी सिख पहुंचते हैं, जलदा चुला लै लैंदे ने भावना दे नाल, शरधा दे नाल। कदी साडे सतगुरां ने इत्थे इशनान किया सी महाराज ने, पता नहीं कितने दिनों बाद इशनान करवाया गया। इशनान होया, इशनान होने तो बाद उस बरोटे के थले ले आके बिठाया सतगुरां नूं। महाराज ने जप जी का पाठ किया प्यार दे नाल। जिस वेले वचन किया अखीर विच, जिनी नाम ते आया गए मशक्कत का, नानक ते मुकुजले कीती छुट्टी नाल। तलवार चलाई गई, सतगुरां दा सीस धरती नाल जुदा कर दिता गया। है सब जग पायो, जय 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 सुरलोक। लेकिन पंजवें पातशाह महाराज कह गए सन, जिन्हों वचनों अज दोहराउणा ध्यान रखना बहुत जरूरी है तो बहुत चंगा है। मान मोह और लोभ विकारा वियो कुछ भी चीत ना घालियो। इधर ध्यान नहीं आया। असी किड्डे वड्डे हाँ, साडा परिवार कैसा है, उन्हां दा संभाला किवें होवेगा, आनंदपुरी का की होगा, नानकी चक का की होगा। किसी प्रकार का लोभ नहीं आया। जिहड़ा सूबे वालों दिता गया भी जे तुसी इस्लाम के दायरे में आ जाओ तो तुहानूं सारे हिंदुस्तान के पीरान पीर डिकलेयर कर दिता जाएगा। किसी पदवी का ध्यान ही नहीं आया। नाम रतन गुना हरि बनजे,
ਲਾਦ ਵਖਰ ਲੈ ਚਾਲਿਓ, ਸੇਵਕ ਕੀ ਓੜਕ ਨਿਭੀ ਪ੍ਰੀਤ। ਜੀਵਤ ਸਾਹਿਬ ਸੇਵਿਓ ਆਪਣਾ। ਜਿਉਂਦੇ ਜੀ ਜਿਹੜੇ ਗੁਰੂ ਨਾਨਕ ਗੁਰਮਤਿ ਮਾਰਗ ਦੇ ਅਨੁਸਾਰ ਚੱਲਦਿਆਂ ਹੋਇਆਂ ਕਰਤਾਰ ਦੇ ਨਾਲ ਜੁੜੇ ਰਹੇ। ਗੁਰੂ ਨਾਨਕ ਨੇ ਸਮਝਾਇਆ ਸੀ ਤਾਰੂ ਨੂੰ, ਬੜੀ ਅੱਛੀ ਬਾਤ ਹੈ, ਧਿਆਨ ਰੱਖ ਲੈਣੀ ਇੱਕ ਵਾਰ ਫਿਰ। ਬਾਬਰ ਅੱਗਾਂ ਲਗਾ ਰਿਹਾ ਹੈ ਤੇ ਭਾਈ ਤਾਰੂ ਜਲ ਦੀ ਬਾਲਟੀ ਲੈ ਕੇ ਨਾ ਉਹਨਾਂ ਅੱਗਾਂ ਨੂੰ ਬੁਝਾਉਣ ਦੇ ਆਹਰ ਦੇ ਵਿੱਚ ਹੈ। ਕਿਸੇ ਹਮਸਾਏ ਨੇ ਕੋਲ ਆ ਕੇ ਆਖਿਆ, ਤਾਰੂ ਜੇ ਕਿਤੇ ਕਿਸੇ ਅਣਜਾਣ ਦੇ ਕੋਲੋਂ ਅਣਜਾਣੇ ਵਿੱਚ ਅੱਗ ਲੱਗ ਜਾਏ, ਤੇਰੇ ਵਰਗਾ ਪਾਣੀ ਦੀ ਬਾਲਟੀ ਪਾ ਕੇ ਬੁਝਾ ਸਕਦਾ ਹੈ। ਓਏ ਭੋਲਿਆ, ਜਦੋਂ ਸਰਕਾਰਾਂ ਅੱਗ ਲਾਉਣ ਲੱਗ ਪੈਣ ਉਸ ਵੇਲੇ ਤਾਰੂ ਵਰਗੇ ਬੁਝਾ ਨਹੀਂ ਸਕਿਆ ਕਰਦੇ। ਸਰਕਾਰਾਂ ਜਿਸ ਵੇਲੇ ਅੱਗਾਂ ਲਗਾਉਣ ਲੱਗ ਪੈਣ ਤੇ ਚਾਹੁੰਦੀਆਂ ਨੇ ਕਿ ਤਾਰੂ ਵਰਗੇ ਵੀ ਸਾਡੇ ਨਾਲ ਰਲ ਕੇ ਅੱਗਾਂ ਲਾਉਣ, ਅੱਗਾਂ ਬੁਝਾਉਣ ਨਹੀਂ। ਜੇ ਕਿਸੇ ਨੇ ਤੈਨੂੰ ਬੁਝਾਉਂਦਿਆਂ ਵੇਖ ਲਿਆ ਕੀ ਹੋਵੇਗਾ, ਤੂੰ ਸੋਚ ਸਕਦਾ ਹੈ ਨਾ। ਤੇ ਤਾਰੂ ਜੀ ਨੇ ਕਿਹਾ ਸੀ, ਕਹਿੰਦੇ ਹਾਂ ਮੈਂ ਸੋਚ ਸਕਦਾ, ਪਰ ਮੈਂ ਗੁਰੂ ਨਾਨਕ ਦਾ ਸਿੱਖ ਹਾਂ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਮੈਨੂੰ ਇਹ ਪਾਠ ਪੜਾਇਆ ਹੈ, ਵਿੱਚ ਦੁਨੀਆ ਸੇਵ ਕਮਾਈ ਹੈ, ਤਾਂ ਦਰਗਾਹ ਬੈਸਣ ਪਾਈ ਹੈ, ਕਹੋ ਨਾਨਕ ਬਾਹਾਂ ਲੁੜਾਈ ਹੈ। ਸਿੱਖ ਦੀ ਸਿੱਖੀ ਇੱਥੋਂ ਤੱਕ ਨਹੀਂ ਹੈ ਕੇਵਲ ਕਿ ਉਹ ਪ੍ਰਭਾਤੇ ਜਾਗੇ, ਇਸ਼ਨਾਨ ਪਾਨ ਕਰੇ, ਇਸ਼ਨਾਨ ਪਾਨ ਕਰਕੇ ਤੇ ਬਾਣੀ ਪੜ੍ਹੇ, ਨਿਤਨੇਮ ਕਰੇ, ਪਿਆਰ ਕਰੇ ਬਾਣੀ ਨਾਲ। ਕਹਿਣ ਲੱਗੇ ਹਾਂ ਕਰੇ, ਜ਼ਰੂਰ ਕਰੇ, ਪਰ ਸਿੱਖੀ ਕੇਵਲ ਇੱਥੇ ਨਹੀਂ ਹੈ। ਜਦ ਤੱਕ ਸਿੱਖ ਪਰਾਏ ਹਿੱਤਾਂ ਦੇ ਵਾਸਤੇ ਨਹੀਂ ਜਿਉਂਦਾ, ਜਦ ਤੱਕ ਸਿੱਖ ਪੰਥਕ ਬਣ ਕੇ ਨਹੀਂ ਜਿਉਂਦਾ, ਜਦ ਤੱਕ ਸਿੱਖ ਦੂਜਿਆਂ ਦੇ ਵਾਸਤੇ ਨਹੀਂ ਜਿਉਂਦਾ, ਸਿੱਖ ਦਾ ਜੀਵਨ ਮੁਕੰਮਲ ਨਹੀਂ ਹੁੰਦਾ। ਮੈਨੂੰ ਗੁਰੂ ਨਾਨਕ ਨੇ ਇਹ ਸਿਖਾਇਆ ਹੈ। ਕੀ ਹੋਵੇਗਾ ਜੋ ਕਰਤਾਰ ਕਰੇਗਾ ਠੀਕ ਹੈ, ਪਰ ਜਦ ਤੱਕ ਤਾਰੂ ਜਿਉਂਦਾ ਹੈ ਤੇ ਅੱਗਾਂ ਲੱਗੀਆਂ ਹੋਈਆਂ ਨੇ, ਤਾਰੂ ਅੱਗਾਂ ਬੁਝਾਉਂਦਾ ਰਹੇਗਾ, ਅਵਸ਼ ਬੁਝਾਏਗਾ। ਤਾਂ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਇਸ ਜ਼ੁਲਮੀ ਅੱਗ ਨੂੰ ਬੁਝਾਉਣ ਵਿੱਚ ਕਿਸ ਹੱਦ ਤੱਕ ਕਾਮਯਾਬ ਹੋਏ। ਸਾਖੀਕਾਰਾਂ ਨੇ ਲਿਖੀ ਹੈ ਇਹ ਗੱਲ, ਕਹਿਣ ਲੱਗੇ ਤਬ ਤੇ ਤੁਰਕ ਕਲਾ ਭਈ ਢਿੱਲੀ। ਜਿਸ ਦਿਨ ਗੁਰੂ ਤੇਗ ਬਹਾਦਰ ਸਾਹਿਬ ਦਾ ਪਵਿੱਤਰ ਖੂਨ ਇਸ ਸੀਸਗੰਜ ਵਾਲੇ ਸਥਾਨ ਤੇ ਡੁੱਲਣਾ ਸੀ ਨਾ, ਕੋਤਵਾਲੀ ਦੇ ਬਾਹਰ ਤੇ ਮਸਜਿਦ ਦੇ ਸਾਹਮਣੇ, ਕਹਿੰਦੇ ਨੇ ਮਸਜਿਦ ਤਾਂ ਉਦੋਂ ਹੈ ਹੀ ਨਹੀਂ ਸੀ, ਬਾਅਦ ਵਿੱਚ ਹੀ ਉਸਾਰੀ ਗਈ ਸੀ ਇਸ ਥਾਂ ਤੇ। ਐਨੀ ਹੋ ਕੋਤਵਾਲੀ ਦੇ ਬਾਹਰ ਜਿਸ ਦਿਨ ਗੁਰੂ ਤੇਗ ਬਹਾਦਰ ਸਾਹਿਬ ਦਾ ਸੀਸ ਡੁੱਲਣਾ ਸੀ, ਤਬ ਤੇ ਤੁਰਕ ਕਲਾ ਭਈ ਢਿੱਲੀ। ਤੁਰਕ ਸ਼ਕਤੀ ਜਿਹੜੀ ਸੀ ਨਾ ਉਹ ਘਟਣੀ ਸ਼ੁਰੂ ਹੋ ਗਈ। ਭਾਈ ਸਾਹਿਬ ਭਾਈ ਨੰਦ ਲਾਲ ਜੀ ਨੇ ਇੱਕ ਵਚਨ ਕੀਤਾ, ਕਹਿਣ ਲੱਗੇ ਗੁਰੂ ਤੇਗ ਬਹਾਦਰ ਆਂ ਸਰਾਪਾ ਅਫਜ਼ਾਲ, ਜ਼ੀਨਤ ਆ ਰਾਏ ਮਹਿਫਲੇ ਜਾਹੋ ਜਲਾਦ। ਜ਼ੀਨਤ ਆ ਰਾਏ, ਜ਼ੀਨਤ ਸ਼ਬਦ ਦਾ ਅਰਥ ਹੁੰਦਾ ਹੈ ਸ਼ੋਭਾ, ਵਡਿਆਈ, ਫੇਮ। ਵਾਹਿਗੁਰੂ ਜੀ ਦੇ ਦਰ ਦੀ, ਵਾਹਿਗੁਰੂ ਜੀ ਦੇ ਘਰ ਦੀ, ਵਾਹਿਗੁਰੂ ਜੀ ਦੇ ਜਾਹੋ ਜਲਾਲ ਦੀ, ਜਾਂ ਕਹਿੰਦੇ ਨੇ ਜਗ੍ਹਾ ਨੂੰ ਜਾਹੋ ਜਲਾਲ ਜਦੋਂ ਇਕੱਠੇ ਸ਼ਬਦ ਵਰਤੇ ਜਾਣ ਨਾ ਤਾਂ ਉਹਨਾਂ ਦੇ ਦਬਦਬਾ ਦਾ ਤੇਜ਼, ਵਾਹਿਗੁਰੂ ਜੀ ਦੀਆਂ ਸ਼ਕਤੀਆਂ ਦਾ ਤੇਜ਼, ਵਾਹਿਗੁਰੂ ਜੀ ਦੇ ਦਰ ਘਰ ਦਾ ਜਲਾਲ। ਜੇ ਉਸ ਦੀ ਕਿਸੇ ਨੇ ਸ਼ੋਭਾ ਵੇਖਣੀ ਹੋਵੇ, ਕਹਿਣ ਲੱਗੇ ਫਿਰ ਗੁਰੂ ਤੇਗ ਬਹਾਦਰ ਦੇ ਦੀਦਾਰ ਕਰੋ। ਜੇ ਕਿਸੇ ਨੇ ਸ਼ੋਭਾ ਦੇਖਣੀ ਹੋਵੇ, ਉਸ ਸ਼ੋਭਾ ਦਾ ਕੀ ਨਾਮ ਹੈ? ਤੇ ਭਾਈ ਨੰਦ ਲਾਲ ਆਖਦੇ ਨੇ ਉਸ ਸ਼ੋਭਾ ਦਾ ਨਾਮ ਗੁਰੂ ਤੇਗ ਬਹਾਦਰ ਹੈ। ਔਰ ਗੁਰੂ ਤੇਗ ਬਹਾਦਰ ਸਰਾਪਾ ਅਫਜ਼ਾਲ, ਸਿਰ ਤੋਂ ਲੈ ਕੇ ਪੈਰਾਂ ਤੱਕ ਬਸ ਮੇਰਾ ਹੀ ਮੇਰਾ ਨੇ, ਮੇਰਾ ਹੀ ਮੇਰਾ। ਜਦੋਂ ਵੀ ਆਇਆ, ਜੋ ਵੀ ਆਇਆ, ਉਸ ਦੀ ਝੋਲੀ ਭਰ ਦਿੱਤੀ। ਮੈਨੂੰ ਇੱਕ ਘਟਨਾ ਯਾਦ ਆਈ, ਮੈਂ ਤੁਹਾਡੇ ਨਾਲ ਸਾਂਝੀ ਕਰਕੇ ਫਿਰ ਆਪਾਂ ਸ਼ਬਦ ਦੇ ਅਰਥ ਕਰੀਏ, ਵਿਚਾਰ ਕਰੀਏ।
ਇਸੇ ਹੀ ਪਿਛੋਕੜ ਦੇ ਵਿੱਚ ਮੈਂ ਬੋਲ ਰਿਹਾ, ਆਪ ਜੀ ਪ੍ਰਤੀਤ ਕਰੋਗੇ। ਪਤਾ ਨਹੀਂ ਇਹ ਮੌਕਾ ਮੇਲ ਗੁਰੂ ਪਾਤਸ਼ਾਹ ਨੇ ਬਣਾਇਆ ਹੈ। ਸਭ ਕੁਝ ਜਾਣਦੇ ਸਨ ਜਾਣਨ ਵਾਲੇ। ਮੈਂ ਇੱਕ ਵਾਰ ਉਹਨਾਂ ਨੂੰ ਲੁਧਿਆਣੇ ਕਥਾ ਕਰ ਰਿਹਾ ਸਾਂ। ਇਹੀ ਦਿਨ ਸਨ, ਸਰਦੀ ਸੁਭਾਵਕ ਨਾਲ ਠੱਕਾ ਜਿਹਾ ਚੱਲ ਪਿਆ, ਬਹੁਤ ਸਰਦੀ ਬਹੁਤ ਜ਼ਿਆਦਾ ਸੀ ਉਹਨਾਂ ਦਿਨਾਂ ਦੇ ਵਿੱਚ। ਇਹ ਗੱਲ ਜ਼ਰੂਰ 78 ਦੀ ਹੈ। ਤਾਬਿਆ ਬੈਠਾ, ਜਿਵੇਂ ਮਾਣਯੋਗ ਗਿਆਨੀ ਜੀ ਬੈਠੇ ਹੋਏ ਨੇ, ਸ਼ਬਦ ਦੀ ਵਿਚਾਰ ਤਾਬਿਆ ਬੈਠ ਕੇ ਕਰੀਦੀ ਸੀ। ਹੁਣ ਸੁਭਾਵਕ ਹੈ ਨਾ, ਜਿਸ ਵੇਲੇ ਵਿਚਾਰਾਂ ਕੀਤੀਆਂ ਜਾ ਰਹੀਆਂ ਨੇ ਤੇ ਸਨਮੁਖ ਦੇਖ ਕੇ ਵਿਚਾਰਾਂ ਕੀਤੀਆਂ ਜਾਂਦੀਆਂ ਨੇ। ਇੱਕ ਪ੍ਰੇਮੀ ਆਇਆ, ਸਾਹਮਣੇ ਆ ਕੇ ਉਸਨੇ ਨਮਸਕਾਰ ਕੀਤੀ। ਸਿਰ ਜ਼ਰੂਰ ਢਕਿਆ ਹੋਇਆ, ਪਰ ਪਿੰਡਾ ਉਸ ਦਾ ਨੰਗਾ, ਤੇੜ ਇੱਕ ਨਾ ਤਹਿਮਤ ਉਸਨੇ ਬੱਧੀ ਹੋਈ, ਚਾਦਰ ਦੀ ਬੱਧੀ ਹੋਈ ਉਸਨੇ। ਨਮਸਕਾਰ ਕਰਕੇ ਬੈਠ ਗਿਆ। ਹੁਣ ਬਹੁਤ ਦੂਰੀ ਨਹੀਂ ਹੈ ਅਸੀਂ ਤੇ ਅਸੀਂ ਦੇਖ ਸਕਦੇ ਹਾਂ ਇੱਕ ਦੂਸਰੇ ਨੂੰ। ਮੇਰੀ ਜਿਸ ਵੇਲੇ ਨਜ਼ਰ ਪਈ ਤੇ ਮੈਂ ਵੇਖ ਕੇ ਹੈਰਾਨ ਹੋਇਆ ਕਿ ਠੰਡ ਨਾਲ ਕੰਬ ਰਿਹਾ ਹੈ। ਸਮਾਪਤੀ ਹੋ ਗਈ, ਅਰਦਾਸ ਹੋਈ, ਮੁਖਵਾਕ ਹੋਇਆ, ਕੜਾ ਪ੍ਰਸ਼ਾਦ ਵਰਤਿਆ ਤੇ ਮੈਂ ਉੱਠ ਕੇ ਨਾ ਕੋਲ ਆ ਬੈਠਾ ਉਸ ਤੇ, ਕਿਉਂਕਿ ਮੈਂ ਨਾ ਨੋਟਿਸ ਕੀਤਾ ਸੀ ਉਸਦੇ ਮੱਥੇ ਤੇ ਬਹੁਤ ਚੌੜਾ ਜਿਹਾ ਨਾ ਕਾਲਾ ਨਿਸ਼ਾਨ ਬਣਿਆ ਹੋਇਆ। ਨੋਟਿਸ ਮੈਂ ਇਹ ਕੀਤਾ ਸੀ, ਇਹ ਮਨੁੱਖ ਬਹੁਤ ਨਮਾਜ਼ੀ ਹੈ। ਨਮਾਜ਼ਾਂ ਪੜ੍ਹਨ ਵਾਲੇ ਨੇ ਵਾਰ-ਵਾਰ ਸਿਜਦਾ ਕਰਦੇ ਨੇ, ਮੱਥਾ ਰਗੜਦੇ ਨੇ ਵਾਰ-ਵਾਰ। ਹੁੰਦਾ ਕੀ ਇਹ ਮੱਥੇ ਤੇ ਨਿਸ਼ਾਨ ਬਣ ਜਾਂਦਾ ਹੈ। ਮੈਂ ਕੋਲ ਆ ਬੈਠਾ। ਮੈਂ ਕਿਹਾ, ਮਹਾਤਮਾ ਜੀ ਤੁਹਾਨੂੰ ਠੰਡ ਨਹੀਂ ਲੱਗਦੀ? ਬੋਲੇ, ਕੋਈ ਬਾਤ नहीं है, खुदा की मर्जी ऐसी है। मैं समझ गया कि मेरा शक नहीं सी, दुरुस्त है, मुसलमान भाई है। मैं क्या तुसी कोई कपड़ा पहनिया नहीं होया, की कारण है? कहता गल है ज्ञानी जी, मैं यहां से गुजर रहा था, बाहरले पासे ना सड़क है बिल्कुल उथे, मैं गुजर रहा था, स्पीकर की आवाज बाहर आ रही थी, तुम कथा कर रहे थे, मुझे अच्छा लगा, मैं अंदर आने लगा। लेकिन जब मैं अंदर आने लगा ना तो बाहर दरवाजे पे एक फकीर बैठा था, मंगता फकीर बैठा था। उसने मेरे सामने अपना हाथ उठाया, ऐ फकीर साईं, गुरु नानक के दर पे आया, मुझे कुछ दे दो। कहता मैं एक चादर ही ओढ़ी हुई सी, जेब मेरे को है ही नहीं थे, पैसा मेरे को भी नहीं सी, मेरे पास नहीं था कुछ भी, फिर मेरे पास और कुछ नहीं था। मैंने जो चादर ओढ़ी हुई थी ना, वो चादर ही उसको दे दी, अपनी कंबली ही उसको दे दी। बिना शक मेरा मन बहुत प्रभावित होया। मैं नाल उठाया, अपनी रिहायश विच ले आंदा, जल पानी छकाया, जो मेरे को सरिया पुजया मैं सेवा की यथा योग, असीसा दिंदा होया चला गया। मैं उसका एहसान, उसका ये ध्यान, उसकी इस प्रकार की रुचि नूं प्यार दे नाल समझ रहा सा। लेकिन मैं हैरान होया, मैं क्या ये भी बहुत वड्डी बात है कि कोई मनुख अपने तन दे उपरों चादर ला के भी किसी का नंगेज ढक देवे, बहुत वड्डी बात है। लेकिन धन गुरु तेग बहादुर साहब की बात कितनी वड्डी है, जिन्होंने चादर ला के किसी का नंग नहीं ढकिया, अपना शरीर ही चादर बना देता है। प्रगट भये गुरु तेग बहादुर, जिन सगल सृष्ट पै टापी चादर, जिन्होंने सारे धर्मी बंदियां दे उपर धर्म की चादर पा दी कि जब तक गुरु तेग बहादुर का नाम लेवा गुरु के सिख होणगे, किसी की धर्म की चादर नहीं लाई जा सकेगी। नहीं ध्यान किया इस गल का, मेरे बच्चों का की हाल होगा, मेरी आनंदपुरी का, नानकी चक का की हाल होगा, या मेरी उम्मत का की हाल होगा। कई गल्लां ना विचारन वालियां होंदियां ने, विचारियां जांदियां ने, पर नहीं। जीवत साहिब सेवियो अपना, चलते रखियो जीत। सतगुरु गुरु रामदास पातशाह महाराज का उचारण किया होया वार का यह शब्द एक्चुअली पौड़ी है। 29 पौड़ियां ने टोटल 66 की वार दियां। 29 पौड़ियां दे विचों ये जिहड़ी पौड़ी है
ये 19वीं पौड़ी है। क्षमा करना मैंने, ये 11वीं पौड़ी है। 11वीं पौड़ी ਦੇ ਵਿੱਚ ਨਾ ਸਤਿਗੁਰੂ ਮਹਾਰਾਜ ਗੁਰੂ ਰਾਮਦਾਸ ਪਾਤਸ਼ਾਹ ਵਚਨ ਕਰਦੇ ਨੇ, ਕਹਿੰਦੇ ਨੇ ਹਰ ਚੋਲੀ ਦੇ ਸਵਾਰੀ ਕੱਢ ਪੈਦੀ ਭਗਤੀ ਕਰ। ਹਰੀ ਵਾਹਿਗੁਰੂ ਨੇ ਸਾਰਿਆਂ ਨੂੰ ਇਹ ਚੋਲੀ ਦਿੱਤੀ ਹੈ। ਕਿਹੜੀ ਚੋਲੀ? ਸਰੀਰ ਚੋਲੀ। ਲੇਕਿਨ ਕਈਆਂ ਨੇ ਇਸ ਚੋਲੀ ਨੂੰ ਵਿਗਾੜ ਲਿਆ। ਹਰੀ ਪਾਠ ਲੱਗਾ ਅਧਿਕਾਰੀ, ਵਾਹਿਗੁਰੂ ਜੀ ਨੇ ਇਸ ਖੂਬਸੂਰਤ ਚੋਲੀ ਨੂੰ ਸੋਹਣੀਆਂ ਸੋਹਣੀਆਂ ਅੱਖਾਂ ਲਗਾਈਆਂ, ਸੋਹਣੀ ਸੋਹਣੀ ਨਾਸਕਾਂ ਲਗਾਈਆਂ, ਸੋਹਣੇ ਸੋਹਣੇ ਕੰਨ ਲਗਾਏ, ਸੋਹਣੇ ਸੋਹਣੇ ਹੱਥ ਤੇ ਪੈਰ ਦਿੱਤੇ, ਇਸ ਚੋਲੀ ਦੇ ਨਾਲ ਸੋਹਣਾ ਜਿਹਾ ਦਿਮਾਗ ਲਗਾ ਦਿੱਤਾ। ਪਾਠ ਲੱਗਾ ਅਧਿਕਾਰੀ ਬਹੁ ਵਿਉ ਵਿਦ ਭਾਂਤ ਕਰ। ਲੇਕਿਨ ਇਸ ਗੱਲ ਨੂੰ ਥੋੜਿਆਂ ਨੇ ਸਮਝਿਆ ਤੇ ਥੋੜਿਆਂ ਨੇ ਸਮਝ ਕੇ ਨਾ ਭਗਤੀ ਕਰ, ਭਗਤੀ ਕਰਕੇ ਨਾ ਇਸ ਚੋਲੀ ਦੇਹ ਨੂੰ ਕੱਢਿਆ। ਕੱਢ ਪੈਦੀ ਚੋਲੀ ਤਾਂ ਸਾਰਿਆਂ ਕੋਲ ਆ ਗਈ, ਸਰੀਰ ਦੇਹੀ ਚੋਲੀ ਤਾਂ ਆ ਗਈ, ਪਰ ਇਸ ਦੇਹੀ ਚੋਲੀ ਨੂੰ ਸੋਹਣੇ ਢੰਗ ਦੇ ਨਾਲ ਨਾ ਬੂਟੀਆਂ ਪਾ ਪਾ ਕੇ, ਬੂਟੀਆਂ ਸਵਾਰ ਕੇ ਕਿਸੇ ਵਿਰਲੇ ਵਿਅਕਤੀ ਨੇ ਪਹਿਨਿਆ ਤੇ ਸਵਾਰਿਆ। ਸਤਿਗੁਰਾਂ ਨੇ ਬਚਨ ਕੀਤਾ, ਕੋਈ ਬੁੱਝ ਹੈ ਬੁੱਝਣਹਾਰਾ ਅੰਤਰ ਵਿਵੇਕ ਕਰ। ਕੋਈ ਬੁੱਝ ਹੈ, ਸਾਰੇ ਨਹੀਂ ਬੁੱਝ ਸਕਦੇ, ਕੋਈ ਬੁੱਝ ਹੈ ਬੁੱਝਣਹਾਰਾ ਅੰਤਰ ਵਿਵੇਕ ਕਰ। ਇੱਥੇ ਵਿਵੇਕ ਤੋਂ ਭਾਵ ਹੈ ਵਿਚਾਰ ਕਰਕੇ। ਕਬੀਰ ਜੀ ਦਾ ਵਚਨ ਆਇਆ ਜਾਂ ਅੰਮ੍ਰਿਤ ਵੇਲੇ ਇੱਥੇ ਪਾਵਨ ਮੁਖਵਾਕ ਦੇ ਰੂਪ ਵਿੱਚ, ਕਹਿੰਦੇ ਨੇ ਕਿਆ ਪੜੀ ਹੈ ਕਿਆ ਗੁਣੀ ਹੈ, ਕਿਆ ਵੇਦ ਪੁਰਾਨਾ ਸੁਣੀ ਹੈ, पढ़े सुने क्या होई, जो सहज न मिले हो सोई, हरि का नाम ना जपस गवारा। क्या सोचे बारंबार अंधियारे दीपक चाहिए, अनेरे नूं दूर करने वास्ते दीवा चाहिदा हुंदा है। एक वस्तु अगोचर लईया है ताकि जिहड़ी अगोचर वस्तु है उहनूं लभा जा सके, लै सकीए। असीं धर्म पुस्तकां पढ़नियां, तस्बीहां फेरनियां, माला फेरनियां, ये की ने? दीवे जगाने वालियां गल्लां ने, दीवे जगाने वालियां। पर जे दीवे जगा के अंदरों लभा ही कुछ नहीं, दीवे जगा के बुझ ही नहीं सकिया बंदा, तो फिर की होया? फिर कुछ भी ना होया। जुलाई का महीना सी, औरंगजेब शाम का उसने डिनर किया, प्रशादा छकिया, खाना खाधा। बावरची आया, खादिम आया, आके भांडे उठा के लै गया, ते कोल जीनत आके बैठ गई, जेब आके बैठ गई। जेब वड्डी बेटी सी, ते हाथ रख के ना अब्बा दे हाथ ते कहने लगी, अब्बा जिंदा अस्त नामे फरख नौशेरवां बअदल। चेता हैगा? शेख ने लिखा है, सादी ने लिखा है, याद है? जिंदा अस्त नामे फरख, अजे तक जिंदा है और चमकदा पिया है नाम नौशेरवां। नौशेरवां बादशाह दा, ईरान का एक प्रसिद्ध बादशाह होया, लेकिन कादे करके चमकदा पिया है? बाअदल। गरचे बसे गुज़श्त, की होया? सदियां बीत गईयां तां नौशेरवां नामांद, अजे तक नौशेरवां दे नाम दी तेज, उसकी चमक, उसकी रोशनी मध्यम नहीं हुई। साडे एक पंजाबी ने आखिया, पंजाबी कवि ने लिखिया, भाई से भाई कान सिंह जी नोट करते ने, कहते ने, जेब निशा फिर आखदी एक सुखन सवाया, जद दा बैठा तख्त ते की अदल कमाया, शाहजहान नूं कैद कर दारा मरवाया, और तेग बहादुर मारिया ते त्रो कमाया। तू चाहता है कि मैं चला जावां तो मेरा नाम इस जगत पे रहे। ये तस्बीह काहदे लई फेरी जाती है?
ਇਹ ਨਮਾਜ਼ ਕਾਹਦੇ ਲਈ ਪੜ੍ਹੀ ਜਾਂਦੀ ਹੈ, ਇਹ ਰੋਜ਼ੇ ਕਾਹਦੇ ਲਈ ਰੱਖੇ ਜਾਂਦੇ ਨੇ, ਇਹ ਕਾਹਦੇ ਲਈ ਜ਼ਾਹਰ ਕੀਤਾ ਜਾਂਦਾ ਹੈ ਕਿ ਮੈਂ ਬਹੁਤ ਵੱਡਾ ਦੀਨੀ ਹਾਂ। ਅੱਬਾ, ਜੇ ਅੰਦਰ ਦੀਵਾ ਨਹੀਂ ਜਗਿਆ ਤਾਂ, ਜੇ ਅੰਦਰ ਦੀਨ ਨਹੀਂ ਆਇਆ ਤਾਂ ਤੇਗ ਬਹਾਦਰ ਨੇ ਕੀ ਖੋਇਆ ਸੀ? ਅਜੇ ਬਾਪ ਦੇ ਬਾਰੇ ਕਿਹਾ ਜਾ ਸਕਦਾ ਹੈ ਕਿ ਸ਼ਾਹਜਹਾਨ ਨਾ ਮਰਦਾ ਤੇ ਮੈਂ ਤਖਤ ਤੇ ਨਹੀਂ ਬੈਠ ਸਕਦਾ ਸਾਂ, ਦਾਰਾ ਨੂੰ ਨਾ ਮਾਰਿਆ ਜਾਂਦਾ, ਮੁਰਾਦ ਨੂੰ ਨਾ ਮਾਰਿਆ ਜਾਂਦਾ, ਮੈਨੂੰ ਕਿਸੇ ਨੇ ਬਹਿਣ ਨਹੀਂ ਦੇਣਾ ਸੀ। ਤੇਗ ਬਹਾਦਰ ਗੁਰੂ ਨੇ ਕਿਹੜਾ ਤਖਤ ਤੇ ਆ ਕੇ ਲੁੱਟਿਆ ਸੀ? ਤੇਗ ਬਹਾਦਰ ਗੁਰੂ ਨੇ ਕਿਹੜਾ ਤੇਰੇ ਤਖਤ ਤੇ ਕਲੀਮ ਕੀਤਾ ਸੀ? ਤੈਂ ਧਰੋਹ ਕਮਾਇਆ। सतगुरु गुरु रामदास पातशाह महाराज, औरंगजेब बोल नहीं सकिया, कुछ नहीं बोल सकिया उस वेले। गुरु कलगीधर साहब सच्चे पातशाह जी ने लेटर जाके नोट किया, फिर जफरनामा दे विच खूबसूरत बोलने। महाराज ने आख्या, ना ईमां परस्ती, ना औज़ाए दी, ना साहिब शनासी, ना मुहम्मद यकी। तेरे पास कुछ भी नहीं है, ना तेरे पास धर्म की पछाण, ना तेरे पास मजहब की पछाण, ना तेरे पास अल्लाह की पछाण, ना तेरे पास मुहम्मद की पछाण, तेरे वास्ते कोई यकीन, ना साहिब शनासी, अजे तक ना तू खुदा की पछाण कर सकिया है, ना मुहम्मद यकीन, ना तेरा मुहम्मद पे यकीन है अजे तक। की जवाब दिता जा सकता सी जब अंदर जगिया ही नहीं कुछ है। इस शरीर चोली नूं खूबसूरत बनाने वास्ते बूटी पाई नहीं कोई, अंदर विवेक वाली गल आउण ही नहीं दिती। एवें जालसाजी लोगों को विखाउण वास्ते कि मैं बहुत वड्डा तपिया हाँ, मैं बहुत वड्डा धार्मिक बंदा हाँ, मैं धर्मी बादशाह हाँ।